ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਹੋਵੈ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਹੋਵੈ। ਮਨ ਨਿਰਮਲ ਅਨਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ, ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ। ਰਹਾਉ ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ। ਪੂਰੈ ਭਾਗ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇ ਸੰਤਰ ਭਵੈ ਦੂਜੈ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇ ਸੰਤਰ ਭਵੈ ਦੂਜੈ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਸਤਸੰਗਤ ਮਾਣ ਰਹੇ ਹਾਂ। ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਰਚਨਾ ਅਸ਼ਟਪਦੀਆਂ ਦੇ ਬਚਨਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੈ। ਆਪ ਜੀ ਨੇ ਇਸ ਸ਼ਬਦ ਦੇ ਸ਼ੁਰੂਆਤੀ 4 ਪਦੇ ਸਰਵਨ ਕੀਤੇ ਨੇ। ਮੁਸਲਸਲ ਕੋਈ 2 ਰੋਜ਼ ਤੋਂ ਇਸ ਬਚਨ ਦੀ ਵਿਵੇਚਨਾ, ਐਕਸਪਲੇਨੇਸ਼ਨ ਜੋ ਹੈ ਅਸੀਂ ਕਰਨ ਦੀ ਟਰਾਈ ਕਰ ਰਹੇ ਹਾਂ। ਸਮਾਂ ਸੀਮਤ ਹੁੰਦਾ ਹੈ। ਸ਼ਬਦਾਂ ਦੀ ਬਣਤਰ ਅਤੇ ਸ਼ਬਦਾਂ ਦੇ ਬੰਧਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਵਿਸਥਾਰ ਨਾਲ ਵਿਚਾਰਦੇ ਹਾਂ। ਇਸ ਕਰਕੇ ਪਦਾ ਬਾ ਪਦਾ, ਲਾਈਨ ਬਾਏ ਲਾਈਨ ਕਹਿ ਲਈਏ, ਅਸੀਂ ਇਸ ਨੂੰ ਵਿਚਾਰਦੇ ਹੋਏ ਜਾ ਰਹੇ ਹਾਂ। ਅੱਜ 3 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ, ਪਰ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਰਹਾਉ ਦੇ ਪਦੇ ਤੱਕ ਨਜ਼ਰ। ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰ ਰਹੇ ਨੇ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ, ਅਵਰਾ ਭਗਤ ਕਰਾਵਣਿਆ। ਹਉ ਵਾਰੀ ਜਿਉ ਵਾਰੀ, ਮੈਂ ਕੁਰਬਾਨ ਜਾਨਾ, ਮੈਂ ਬਲਿਹਾਰ ਜਾਨਾ, ਕਿਨਾਂ ਤੋਂ? ਆਪ ਭਗਤ ਕਰਨ, ਅਵਰਾ ਭਗਤ ਕਰਾਵਣਿਆ। ਬੰਦਾ ਚੰਗਾ ਕੰਮ ਆਪ ਕਰੇ, ਦੂਜੇ ਲਈ ਇੰਸਪੀਰੇਸ਼ਨ ਬਣੇ, ਮਨੁੱਖ ਹੀ ਹੁੰਦਾ ਆ। ਹਾਲਾਂਕਿ ਹਰ ਜਗ੍ਹਾ 'ਤੇ ਆਪ ਦੇਖਦੇ ਹੋ, ਜਿਹੜਾ
ਸ਼ੈਡੋਇੰਗ ਹੈ, ਜਿਹੜੀ ਪਰਛਾਈ ਹੈ, ਜਿਹੜਾ ਪ੍ਰਭਾਵ ਹੈ, ਇੱਕ ਦੂਜੇ 'ਤੇ ਪੈਂਦਾ ਆ। ਜੇ ਮੈਂ ਤੇ ਐਜ਼ ਏ ਐਂਥਰੋਪੋਲੋਜੀ ਸਾਈਡ ਤੋਂ ਜੇ ਕੁਝ ਬਿਆਨ ਚੀਜ਼ਾਂ ਕਰਾਂ ਤਾਂ ਆਪਨੇ ਕਦੀ ਦੇਖਿਆ ਹੋਵੇ ਸ਼ਾਇਦ, ਪਿੰਡਾਂ ਥਾਵਾਂ ਤੋਂ ਤੁਸੀਂ ਨਜ਼ਰ ਮਾਰੋਗੇ, ਨਿਆਣੇ ਬੱਚੇ ਮੱਝਾਂ ਨੂੰ ਚਾਰਨ ਵਾਸਤੇ ਖੇਤਾਂ 'ਚ ਲੈ ਜਾਂਦੇ, ਇੰਝ ਕਹਿ ਲਓ ਚਰਵਾਹੇ ਬਣ ਜਾਂਦੇ, ਸ਼ੈਪਰਡ ਦੀ ਤਰ੍ਹਾਂ ਜਿਹੜੀ ਜੌਬ ਹੁੰਦੀ ਉਹ ਕਰਦੇ। ਅਤੇ ਉੱਥੇ ਕੀ ਕਰਦੇ ਕਿ ਕਈ ਵਾਰ ਟਿਊਬਵੈੱਲ ਚੱਲ ਰਿਹਾ ਅਤੇ ਟਿਊਬਵੈੱਲ ਚੱਲਦੇ ਦੇ 'ਚ ਖਾਲ ਆ ਜਿਹੜਾ ਖਾਸ ਕਰਕੇ ਪਾਣੀ ਜਾ ਰਿਹਾ, ਉਹਦੇ 'ਚ ਪਸ਼ੂਆਂ ਨੂੰ ਪਾਣੀ ਪੀਣ ਵਾਸਤੇ ਲੈ ਆਉਂਦੇ, ਚਲੋ ਪਾਣੀ ਪੀ ਲਓ। ਪਸ਼ੂ ਪਾਣੀ ਪੀਂਦੇ, ਹੁਣ ਪਸ਼ੂ ਜਿਹੜਾ ਆ, ਚਾਹੇ ਭਾਵੇਂ ਗਾਂ ਆ, ਮੱਝ ਆ, ਉਹ ਪਾਣੀ ਕਿੱਦਾਂ ਪੀਂਦੀ ਹੈ? ਮੂੰਹ ਲਗਾ ਕੇ ਇਸ ਤਰੀਕੇ ਨਾਲ। ਉਹਨੂੰ ਕਿਹੜਾ ਕੋਈ ਭਾਂਡਾ ਚਾਹੀਦਾ ਹੈ, ਜਾਂ ਉਹਨੇ ਹੱਥਾਂ ਦੀ ਅੰਜਲੀ, ਹੱਥ ਦਾ ਇਸਤੇਮਾਲ ਕਰਨਾ ਹੈ। ਕਦੀ ਅੰਦਾਜ਼ਾ ਲਾਇਆ ਹੋਏ, ਜਿਹੜਾ ਸ਼ਖਸ ਉਹਨਾਂ ਨੂੰ ਪਾਣੀ ਪਿਆ ਰਿਹਾ ਹੈ, ਅਚੇਤ ਹੀ ਬਿਲਕੁਲ ਅਨਕੌਂਸ਼ੀਅਸ ਲੈਵਲ 'ਤੇ ਉਹ ਟਿਊਬਵੈੱਲ ਤੋਂ ਆਪ ਪਾਣੀ ਪੀਣ ਲੱਗਾ, ਜਾ ਕੇ ਮੂੰਹ ਲਾ ਕੇ, ਹੱਥ ਉਹਦੇ ਕੋਲ ਇਸਤੇਮਾਲ ਨਹੀਂ ਕਰ ਰਿਹਾ। ਉਹ ਕਦੇ ਧਿਆਨ ਨਾਲ ਦੇਖਿਆ ਸੀ ਇਸ ਤਰੀਕੇ ਦੇ ਨਾਲ। ਜਾਂ ਕਈ ਵਾਰ ਟਿਊਬਵੈੱਲ ਨਹੀਂ ਚੱਲ ਰਿਹਾ, ਚਬੱਚੇ ਵਿੱਚੋਂ ਵੀ ਪੀਣਾ ਉਸਨੇ, ਅਤੇ ਉਹ ਹੱਥ ਸਾਈਡਾਂ 'ਤੇ ਰੱਖ ਕੇ ਮੂੰਹ ਲਗਾ ਕੇ। ਇਹ ਕੀ ਹੈ? ਇਹ ਪ੍ਰਭਾਵ ਹੈ। ਬੰਦਾ ਪ੍ਰਭਾਵ ਛੱਡਦਾ ਵੀ ਹੈ, ਪ੍ਰਭਾਵ ਕਬੂਲਦਾ ਵੀ ਹੈ। ਜਦੋਂ ਅਸੀਂ ਕੋਈ ਵੀ ਅਮਲ ਕਰਦੇ ਹਾਂ, ਡਜ਼ਨਟ ਮੈਟਰ ਵੀ ਆਰ ਪ੍ਰੈਕਟਿਸਿੰਗ good deeds or bad deeds, it's gonna affect in our actually people who are in our surroundings, ਜਿਹੜੇ ਸਾਡੇ ਆਲੇ ਦੁਆਲੇ ਲੋਕ ਨੇ। ਬੜੀ ਡਿਟੇਲ 'ਚ ਵੈਸੇ ਬਾਤ ਹੋਈ 2 ਰੋਜ਼। ਸੁਸਾਇਟੀ ਨਾ ਤਾਂ ਇੱਕ ਦਿਨ 'ਚ ਮਾੜੀ ਹੋ ਜਾਂਦੀ ਹੈ, ਨਾ ਇੱਕ ਦਿਨ 'ਚ ਚੰਗੀ ਹੋ ਜਾਂਦੀ ਹੈ। ਜੇ ਗੁਰੂ ਸਾਹਿਬ ਨੇ ਪੰਜਾਬ ਦੀ ਹੋਣੀ ਬਦਲੀ, ਉਸ ਖਿੱਤੇ ਦੀ ਹੋਣੀ ਬਦਲੀ, ਮਤਲਬ ਤੁਸੀਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਦੌਰ ਤੋਂ ਪਹਿਲਾ ਪੰਜਾਬ ਦੇਖੋ ਅਤੇ ਬਾਅਦ ਵਾਲਾ ਪੰਜਾਬ ਦੇਖੋ, ਤੁਹਾਨੂੰ ਪਤਾ ਲੱਗੇਗਾ ਹਿਸਟਰੀ 'ਚ ਕੀ ਚੇਂਜ ਆਇਆ ਹੈ। ਜਿਹੜੀ ਹੋਣੀ ਬਦਲੀ ਉਹ ਇੱਕ ਦਿਨ 'ਚ ਨਹੀਂ ਬਦਲੀ। ਇਟ ਐਕਚੁਅਲੀ ਟੁੱਕ ਅਰਾਊਂਡ 250 years, 250 ਸਾਲ। 20 ਸਾਲ ਉਮਰ ਹੁੰਦੀ ਇੱਕ ਜਨਰੇਸ਼ਨ ਦੀ ਆਲਮੋਸਟ, ਜਿਹੜੀ ਐਵਰੇਜ ਏਜ ਦੇ ਮੁਤਾਬਕ ਦੇਖਿਆ ਜਾਏ ਤੇ ਮੰਨ ਲਓ 5 ਤੇ 5 10 ਤੇ 2 12, ਅਰਾਊਂਡ 13 ਜਨਰੇਸ਼ਨ ਤੱਕ। 10 ਤੇ ਗੁਰੂ ਸਾਹਿਬ ਦੇ ਜਾਮੇ ਹੋਏ ਵਿੱਚ। ਸੋ ਇਸ ਤਰੀਕੇ ਨਾਲ ਚੇਂਜਸ ਆਉਂਦੇ ਨੇ। ਸੁਸਾਇਟੀ ਗਲਤ ਵੀ ਇੱਕ ਦਿਨ 'ਚ ਨਹੀਂ ਹੋ ਜਾਂਦੀ। ਮਤਲਬ ਤੁਸੀਂ ਇਹ ਵੀ ਦੇਖੋ ਕਿ ਅੰਗਰੇਜ਼ ਪਹੁੰਚ ਗਿਆ, ਪਲਾਸੀ ਦੀ ਲੜਾਈ ਦੇ ਨਾਲ ਬੰਗਾਲ, ਬਿਹਾਰ, ਅਵਧ ਸਾਰਾ ਇਲਾਕਾ ਕਬਜ਼ਾ ਕਰ ਲਿਆ। ਐਡਾ ਵੱਡਾ ਇਲਾਕਾ ਈਸਟ ਇੰਡੀਆ ਕੰਪਨੀ ਸੋਚ ਵੀ ਨਹੀਂ ਸਕਦੀ ਵੀ ਇੰਨਾ ਵੱਡਾ ਇਲਾਕਾ ਸਾਨੂੰ ਇੱਕ ਛੋਟੀ ਜਿਹੀ ਲੜਾਈ ਨਾਲ ਮਿਲ ਜਾਏਗਾ। ਉੱਥੇ ਵਾਪਰਦਾ ਕੀ ਹੈ? ਉਸ ਤੋਂ ਬਾਅਦ ਹੁਕਮਰਾਨ ਬਣ ਜਾਂਦੇ ਨੇ। ਫਿਰ ਉਹਨਾਂ ਨੇ ਉਹਦੇ ਨਾਲ ਲੱਗਦੇ ਇਲਾਕੇ ਥੱਲੇ ਪਾਸੇ ਜਿਹੜਾ ਹੈਗਾ ਦੱਖਣ ਦਾ ਇਲਾਕਾ, ਜਿਹੜਾ ਮੈਸੂਰ, ਅਤੇ ਉਸਲੇ ਪਾਸਿਓਂ ਉਤਲੇ ਪਾਸੇ ਮਰਾਠਵਾੜਾ, ਅਤੇ ਕਰਦਿਆਂ ਕਰਦਿਆਂ ਦਿੱਲੀ ਪਹੁੰਚ ਗਿਆ। ਹੁਣ ਦਿੱਲੀ ਜਦੋਂ ਪਹੁੰਚਦੇ ਨੇ 1700 ਜੋ ਹੈਗਾ ਆ 50-55 'ਚ ਉਹਨਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਐਂਡ ਉਹ 1800 ਤੋਂ ਪਹਿਲਾਂ ਦਿੱਲੀ ਪਹੁੰਚ ਜਾਂਦੇ ਨੇ। ਉਹਨਾਂ ਨੂੰ ਜਿਨ੍ਹਾਂ ਦੇ ਨਾਲ ਪਹਿਲੀ ਵਾਰੀ ਬਰਾਬਰ 'ਤੇ ਲਿਆ ਕੇ ਟਰੀਟੀ ਕਰਨੀ ਪੈਂਦੀ ਹੈ, ਉਹ ਤੁਹਾਡੇ ਬਜ਼ੁਰਗ ਸੀਗੇ ਪੰਜਾਬ ਦੇ ਲੋਕ। 1809 'ਚ ਅੰਗਰੇਜ਼ ਨੇ ਟਰੀਟੀ ਕੀਤੀ ਸਾਡੇ ਨਾਲ। ਉਹਨੂੰ ਅਹਿਸਾਸ ਹੋ ਗਿਆ ਕਿ ਇੱਥੇ ਆ ਕੇ ਹੁਣ ਕੀਤਾ ਕੀ ਜਾਏ। ਉਹਨੇ ਵੇਟ ਕੀਤੀ ਫਿਰ 40 ਸਾਲ ਸਤਲੁਜ ਦਰਿਆ ਦੇ ਪਰਲੇ ਪਾਸੇ। ਹਾਲਾਂਕਿ ਸਾਡੇ ਵਰਗੇ ਦਿਸਣ ਵਾਲੇ ਲੋਕ, ਸਾਡੇ ਫਿਜ਼ਾਂ ਦੇ ਵਿੱਚ ਰਹਿਣ ਵਾਲੇ, ਸਤਲੁਜ ਦੇ ਪਰਲੇ ਪਾਸੇ ਫੁਲਕੀਆਂ ਰਾਜੇ ਸਾਰੇ, ਇਹ ਸਾਰੇ ਉਹਨਾਂ ਦੇ ਨਾਲ ਨੇ। ਦੇ ਆਰ ਅੰਡਰ ਦੇਅਰ ਪ੍ਰੋਟੈਕਸ਼ਨਸ, ਬਟ ਸਟਿਲ ਸੋਸਾਇਟੀ ਬਦਲਦਿਆਂ ਤਾਂ ਟਾਈਮ ਲੱਗੇਗਾ ਨਾ।
ਫਿਰ ਵੀ ਸਭ ਕੁਝ ਉਹਨਾਂ ਨੇ ਡੋਗਰੇ ਖਰੀਦੇ, ਸਭ ਕੁਝ ਕੀਤਾ, ਪਰ ਜਿਹੜਾ ਇੱਕ ਕਰੈਕਟਰ ਸੀਗਾ ਉਹਨੇ ਰਿਟੈਲੀਏਸ਼ਨ ਕੀਤੀ, ਇਤਨੀ ਸਟਰੋਂਗ ਰਿਟੈਲੀਏਸ਼ਨ ਕੀਤੀ ਕਿ ਪੂਰੀ ਬ੍ਰਿਟਿਸ਼ ਹਿਸਟਰੀ 'ਚ ਤੁਸੀਂ ਦੇਖ ਲਵੋ, ਵਰਲਡ ਵਾਰਜ਼ ਨੂੰ ਛੱਡ ਦਈਏ, ਬਾਕੀ ਕਿਸੇ ਜਗ੍ਹਾ ਤੇ ਵੀ ਜਿਤਨਾ ਬੈਟਲਫੀਲਡ ਦੇ 'ਚ ਇਹਨਾਂ ਦਾ ਨੁਕਸਾਨ ਪੰਜਾਬ ਵਾਸਤੇ ਹੋਇਆ, ਕਿਤੇ ਨਹੀਂ ਹੋਇਆ, ਕਿਤੇ ਵੀ। ਪਾਰਲੀਮੈਂਟ ਤੱਕ ਰੌਲਾ ਪਿਆ ਵੀ ਹੋ ਕੀ ਗਿਆ ਆ, ਇੰਨਾ ਵੱਡੇ ਲੈਵਲ ਤੇ ਇਹ ਸਭ ਚੀਜ਼ਾਂ ਉਸ ਰੂਪ ਨੂੰ ਸਥਾਪਿਤ ਕਰਨ ਤੋਂ ਬਾਅਦ ਤੁਸੀਂ ਦੇਖਦੇ ਹੋ ਸਮਾਂ ਲੱਗਦਾ ਆ, ਬਣਦਿਆਂ ਵੀ ਤੇ ਉਜੜਦਿਆਂ ਵੀ। ਇਹਦਾ ਇਸ ਤਰ੍ਹਾਂ ਜਾਣੋ ਕਿ ਜਿਹੜਾ ਪ੍ਰਭਾਵ ਆ ਮਾੜਾ ਤੇ ਚੰਗਾ, ਇਹ ਮਨੁੱਖ ਛੱਡਦੇ ਵੀ ਨੇ, ਮਨੁੱਖ ਕਬੂਲਦੇ ਵੀ ਨੇ। ਗੁਰੂ ਬਾਬਾ ਜੀ ਕਹਿੰਦੇ ਜਿਹੜੇ ਜੀਵਨ ਦੇ ਵਿੱਚ ਭਗਤੀ ਕਰਦੇ, ਭਜਨ ਗਿਆਨ ਤੇ ਤਿਆਗ ਦਾ ਜੀਵਨ ਅਡਾਪਟ ਕਰਦੇ, ਜਿਹੜੇ ਜੀਵਨ ਦੇ ਵਿੱਚ ਰੂਹਾਨੀ ਕਦਰਾਂ ਕੀਮਤਾਂ ਸਪਿਰਿਚੁਅਲ ਵੈਲਿਊਜ਼ ਨੂੰ ਅਟੇਨ ਕਰਦੇ, ਅਰਨ ਕਰਦੇ, ਉਹਨਾਂ ਨੂੰ ਕੰਟੇਨ ਕਰਕੇ ਰੱਖਦੇ, ਉਹਨਾਂ ਨੂੰ ਮੇਨਟੇਨ ਕਰਕੇ ਰੱਖਦੇ, ਉਹਨਾਂ ਦੇ ਫੋਲੋਵਰ ਹੁੰਦੇ, ਤੇ ਫਿਰ ਇਕੱਲੇ ਆਪ ਨਹੀਂ ਹੁੰਦੇ, ਹੋਰਾਂ ਲਈ ਪ੍ਰੇਰਨਾ ਬਣਦੇ। ਮੈਂ ਉਹਨਾਂ ਤੋਂ ਆਪਣਾ ਆਪਾ ਵਾਰਦਾ ਹਾਂ, ਮੈਂ ਕੁਰਬਾਨ ਜਾਨਾ ਹਾਂ ਉਹਨਾਂ ਤੋਂ, ਇਹ ਗੁਰੂ ਸਾਹਿਬ ਕਹਿੰਦੇ। ਦੂਸਰੀ ਪੰਕਤੀ ਜੋ ਰਹਾਉ ਦੀ ਹੈ ਉਹ 'ਚ ਕਿਹਾ, ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ। ਇਹੋ ਜਿਹੇ ਭਗਤ ਜਨਾਂ ਨੂੰ ਸਦੀਵੀ ਨਮਸਕਾਰ ਹੈ, ਸਤਿਕਾਰ ਦੇਣਾ, ਅਦਬ ਦੇਣਾ। ਮੈਂ ਤੇ ਦੇਖੋ ਕੱਲ ਨਾਮ ਕਾਲ ਦਾ ਆ, ਮਾਲਕ ਨੂੰ ਪਤਾ ਹੈ ਕਿਹਨੂੰ ਕਿਹੋ ਜਿਹੇ ਚੈਲੰਜਸ ਆਉਣੇ ਨੇ, ਪਰ ਇਹ ਬਾਤ ਸਮਝਾਉਣ ਦੀ ਟਰਾਈ ਕਰਦਾ ਵਾਂ। ਬੀਇੰਗ ਏ ਪੇਰੈਂਟ, ਮੈਂ ਵੀ ਪੇਰੈਂਟਿੰਗ ਰੋਲ 'ਚੋਂ ਲੰਘਦਾ। If we can teach only 2 virtues to our kids, that would be enough. One is request, how to present our request. ਕਿਉਂਕਿ ਸੰਸਾਰ ਜਿਹੜਾ ਆ ਇਹਦੇ ਵਿੱਚ ਆਕੜਖੋਰਾਂ ਦੇ ਨਾਲ, ਹੰਕਾਰੀਆਂ ਦੇ ਨਾਲ ਐਟੀਟਿਊਡ ਸ਼ੋਅ ਕਰਕੇ ਕੁਛ ਨਹੀਂ ਮਿਲਦਾ, ਸਵਾਏ ਝਗੜੇ ਤੋਂ, ਸਵਾਏ ਗੁੱਸੇ ਤੋਂ, ਸਵਾਏ ਆਲੇ ਦੁਆਲੇ ਦੀ ਜਿਹੜੀ ਹੈਗੀ ਏ ਰਿਬੈਲ ਹੋਣ ਤੋਂ ਹੋਰ ਕੁਛ ਨਹੀਂ ਮਿਲਦਾ। ਹਰ ਇੱਕ ਜਿਹੜੀ ਹੈ ਰਿਕੁਐਸਟ, ਤੇ ਦੂਸਰੀ ਚੀਜ਼ ਰਿਸਪੈਕਟ। ਬਿਨਾਂ ਸ਼ੱਕ ਡਿਸਐਗਰੀਮੈਂਟ ਹੋ ਜਾਣ, ਬਿਨਾਂ ਸ਼ੱਕ ਡਿਫਰੈਂਟ ਚੋਇਸਿਸ ਹੋ ਜਾਣ, ਪਰ ਰਿਸਪੈਕਟ ਨਹੀਂ ਲੂਜ਼ ਕਰਨੀ, ਨਾ ਆਪਣੇ ਵਾਸਤੇ ਉਹਨਾਂ ਦੇ ਦਿਲ ਦੇ ਵਿੱਚੋਂ ਤੇ ਨਾ ਉਹਨਾਂ ਲਈ ਆਪਣੇ ਦਿਲ ਵਿੱਚੋਂ। ਰਿਸਪੈਕਟ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸਿੱਖ ਸਮਾਜ 'ਚ ਵੇਖ ਰਹੇ ਹਾਂ ਨਾ, ਵਾਦ ਵਿਵਾਦ ਹੋ ਰਹੇ ਨੇ, ਸਭ ਚੀਜ਼ਾਂ ਹੋ ਰਹੀਆਂ ਨੇ, ਇਹ ਹੈਲਦੀ ਹੋ ਸਕਦੀਆਂ ਨੇ। ਅਸੀਂ ਚੰਗਾ ਕੁਝ ਚੋਂ ਗੇਨ ਕਰ ਸਕਦੇ ਹਾਂ ਜੇ ਰਿਸਪੈਕਟ ਨਾ ਲੂਜ਼ ਕਰੀਏ। ਇੱਥੇ ਜਦੋਂ ਅਸੀਂ ਉਸ ਲੈਵਲ ਤੇ ਬਿਲਕੁਲ ਲੋਅਰ ਲੈਵਲ ਤੇ ਆ ਜਾਂਦੇ ਹਾਂ ਨਾ, ਡਿਸਰਿਸਪੈਕਟਡ ਹੋਣਾ, ਨਮਸਕਾਰ ਕਰਨੀ, ਸਤਿਕਾਰ ਦੇਣਾ, ਇੱਥੇ ਸਭ ਵਾਸਤੇ ਰਿਸਪੈਕਟ ਆ। ਤੇ ਜੇ ਕੋਈ ਅੱਛਾ ਕਰ ਰਿਹਾ ਹੈ ਉਹਨੂੰ ਤੇ ਸਤਿਕਾਰ ਦੇਣਾ ਬਣਦਾ ਭਾਈ, ਇੱਜ਼ਤ ਦੇਣੀ ਬਣਦੀ ਹੈ, ਮਾਣ ਦੇਣਾ ਬਣਦਾ ਹੈ। ਗੁਰੂ ਬਾਬਾ ਜੀ ਨੇ ਤੇ ਗੁਰੂ ਅਮਰਦਾਸ ਸਾਹਿਬ ਨੇ ਬਿਆਨ ਕੀਤਾ, ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ, ਜਿਨ੍ਹਾਂ ਦੇ ਜੀਵਨ ਦਾ ਮਿਸ਼ਨ ਹੀ ਹੋ ਗਿਆ ਰਾਤ ਦਿਨ ਪ੍ਰਭੂ ਦਾ ਗੁਣਗਾਨ ਕਰਨਾ। ਬਾਬਾ ਕਬੀਰ ਜੀ ਦਾ ਬਚਨ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਜੋ ਸੁਖ ਪ੍ਰਭੂ ਗੋਬਿੰਦ ਦੀ ਸੇਵਾ ਦੇ ਵਿੱਚ ਆ। ਇਹ ਤੇ ਫਿਰ ਉਹੀ ਗੱਲ ਹੈ, ਬਲੀਵ ਦੇ ਵਿੱਚੋਂ ਬੰਦਾ ਅਡਾਪਟ ਕਰਦਾ ਆ, ਫਿਰ ਉਹਨੂੰ ਐਕਸਰਸਾਈਜ਼ ਕਰਦਾ ਹੈ, ਤੇ ਇੱਕ ਲੈਵਲ ਆਉਂਦਾ ਜਦੋਂ ਰਿਜ਼ਲਟਸ ਉਹਨੂੰ ਮਿਲਣੇ ਸ਼ੁਰੂ ਹੁੰਦੇ ਨੇ। ਪਾਠ ਕਰਨਾ, ਨਿਤਨੇਮ ਕਰਨਾ, ਗੁਰਦੁਆਰੇ ਆਉਣਾ, ਸੰਗਤ ਕਰਨੀ, ਸੇਵਾ ਕਰਨੀ, ਇਹਦਾ ਇੱਕ ਰਸ ਹੈ। ਜਿੰਨਾ ਬੰਦਾ ਇਸ ਰਸ 'ਚ ਚਲਾ ਜਾਏਗਾ, ਇੱਕ ਹੁੰਦਾ ਜਸਟ ਰਿਚੁਅਲਿਜ਼ਮ, ਜਿਹਦੇ 'ਚ ਬਸ ਕਰਮ ਕਾਂਡ ਹੀ ਬੰਦਾ ਕਰ ਰਿਹਾ, ਤੇ ਉਹਦੇ 'ਚ ਕੋਈ ਲੌਂਗ ਰਨ 'ਚ ਰਿਜ਼ਲਟ ਕੋਈ ਨਹੀਂਗਾ, ਜਸਟ ਇੱਕ ਫੇਕ ਬੰਦੇ ਨੂੰ ਇੱਕ ਤਸੱਲੀ ਮਿਲ ਰਹੀ ਕਿ ਯੈਸ ਆਈ ਐਮ ਡੂਇੰਗ ਸਮਥਿੰਗ। ਪਰ ਜਿੱਥੇ ਗੁਰੂ ਸ਼ਬਦ ਵਰਗੀ ਚੀਜ਼ ਹੈ, ਜਿਹਦੇ 'ਚ ਇੱਕ ਆਈਡੀਅਲ ਥਾਟ ਪ੍ਰੋਸੈਸਿੰਗ ਮੌਜੂਦ ਆ, ਤੁਸੀਂ ਜਿਵੇਂ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕੀਤਾ, ਕਨੈਕਟ ਕੀਤਾ, ਉਹਦਾ ਅਸਰਾਰ ਜੀਵਨ ਯਾਪਨ ਚਲਾ ਜਾਏਗਾ। ਗੁਰੂ ਮਹਾਰਾਜ ਕਹਿੰਦੇ, ਅਨਦਿਨ ਹਰ ਗੁਣ ਗਾਵਣਿਆ, ਇਹਦਾ ਮਹਾਂਸੁਖ ਜਿਹੜੇ ਪ੍ਰਾਪਤ ਕਰਦੇ, ਹਰੀ ਦਾ ਗੁਣਗਾਨ ਕਰਦੇ ਰਾਤ ਦਿਨ, ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ। ਇਹ ਰਹਾਉ ਦਾ ਪਦਾ ਆ।
ਜਿਸ ਪਦੇ ਤੋਂ ਅੱਜ ਅਸੀਂ ਵਿਚਾਰ ਅੱਗੇ ਲੈ ਕੇ ਜਾਣਾ ਹੈ ਸ਼ਬਦ ਦਾ, ਉਹ ਹੈ ਮਰਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਮਰਮਰ ਜੀਵੈ ਤਾਂ ਕਿਛ ਪਾਏ। ਮਰ ਮਰ ਕੇ ਜਿਉਣਾ, ਜੇ ਤੈਨੂੰ ਸਿੰਪਲ ਪੰਜਾਬੀ 'ਚ ਕਹਿ ਦਈਏ ਮਰ ਮਰ ਕੇ ਜਿਉਣਾ, ਇਹਦਾ ਮਾਇਨਾ ਕਈ ਵਾਰੀ ਬੰਦਾ ਸੋਚਦਾ ਵੀ ਬੜੀ ਤੰਗੀ ਵਿੱਚੋਂ ਲੰਘਣਾ, ਤਕਲੀਫ ਵਿੱਚੋਂ ਲੰਘਣਾ, ਇਸ ਕਿਸਮ ਦੀ ਬਾਤ ਹੁੰਦੀ ਹੈ। ਐਕਚੁਅਲ ਗੱਲ ਇਹ ਹੈ ਕਿ ਜਿਹੜਾ ਹਿਊਮਨ ਮਾਈਂਡ ਆ, ਇਟਸ ਏ ਮਸ਼ੀਨ ਆਫ ਮਿਜ਼ਰੀ। ਇਹ ਬਦੀ ਦੀ ਮਸ਼ੀਨ ਹੈ ਅਤੇ ਬਦੀ ਪੈਦਾ ਇਹ ਲਗਾਤਾਰ ਕਰ ਰਿਹਾ ਹੈ। ਹਰ ਰੋਜ਼ ਮਾੜੀਆਂ ਰਾਵਾਂ, ਮਾੜੇ ਖਿਆਲ, ਮਾੜੀਆਂ ਸੋਚਾਂ ਪੈਦਾ ਹੁੰਦੀਆਂ। ਬੰਦਾ ਹਰ ਰੋਜ਼ ਮਾਰੇ ਉਹਨਾਂ ਨੂੰ, ਆਪਣੇ ਆਪ ਨੂੰ ਦਰੁਸਤ ਕਰੇ। ਰੋਜ਼ ਸ਼ਾਮ ਨੂੰ ਸੋਹਿਲਾ ਸਾਹਿਬ ਇਸੇ ਕਰਕੇ ਪੜ੍ਹਦੇ ਹਾਂ ਅਸੀਂ। ਆਪ ਨੂੰ ਸ਼ਾਇਦ ਪਤਾ ਹੋਏਗਾ, ਜੇ ਆਪਾਂ ਸਿੱਖੀ ਰਹਿਣੀ ਰਹਿਤ ਕੋਡ ਆਫ ਕੰਡਕਟ ਦੇ ਅਕੋਰਡਿੰਗਲੀ ਸਿੱਖੀ ਸਕੂਲ ਆਫ ਥਾਟ ਨੂੰ ਅੰਡਰਸਟੈਂਡ ਕਰੀਏ ਨਾ, ਤੇ ਸੋਹਿਲਾ ਸਾਹਿਬ 2 ਵਾਰੀ ਪੜ੍ਹਿਆ ਜਾਂਦਾ। ਇੱਕ ਵਾਰੀ ਸੋਹਿਲੇ ਦਾ ਪਾਠ ਅਸੀਂ ਪੜ੍ਹਦੇ ਹਾਂ ਜਦੋਂ ਕੋਈ ਫੌਤ ਹੋ ਜਾਂਦਾ। ਅਕਸਰ ਸਿੱਖੀ ਬੋਲਿਆਂ ਦੇ ਵਿੱਚ ਤੇ ਸਾਡੀ ਆਮ ਬਾਣੀ ਦੇ ਵਿੱਚ ਇਹ ਗੱਲ ਕਹੀ ਵੀ ਜਾਂਦੀ ਹੈ। ਕੋਈ ਪੁੱਛਦਾ ਉਹ ਫਲਾਂ ਦਾ ਕੀ ਹਾਲ ਹੈ, ਉਹ ਤੈਨੂੰ ਨਹੀਂ ਪਤਾ, ਉਹਦਾ ਤੇ ਸੋਹਲਾ ਵੀ ਪੜਿਆ ਗਿਆ। ਮੀਨ ਫੌਤ ਹੋ ਗਿਆ, ਉਹ ਜਿਹੜਾ ਹੈਗਾ ਉਹਦੀ ਡੈਥ ਹੋ ਚੁੱਕੀ ਹੈ। ਹੀ ਔਰ ਸ਼ੀ ਹੈਜ਼ ਪਾਸਡ ਅਵੇ, ਉਹ ਚਲਾ ਗਿਆ, ਇਸ ਰੂਪ ਵਿੱਚ ਬਾਤ ਹੋਈ। ਇਹ ਸੋਹਿਲਾ ਹੈ ਕਿਸੇ ਦੇ ਗੁਜ਼ਰ ਜਾਣ ਦੇ ਨਾਲ। ਦੂਸਰਾ ਸੋਹਿਲਾ ਅਸੀਂ ਪੜ੍ਹਦੇ ਹਾਂ ਰਾਤ ਨੂੰ ਸੌਣ ਲੱਗਿਆ। ਇਹਦਾ ਮਾਇਨਾ ਜਾਣੋ। ਦਿਨ ਜਿਵੇਂ ਦਾ ਬਤੀਤ ਹੋਇਆ, ਸੁੱਖ ਦਾ ਦੁੱਖ ਦਾ ਜੋ ਵਾਪਰਿਆ, ਜਿਸ ਤਰੀਕੇ ਨਾਲ ਜੋ ਮਨ ਮੰਡਲ ਨੇ ਬਣਾਇਆ, ਚੰਗਾ ਬੁਰਾ ਉਸ ਰੂਪ ਦੇ ਵਿੱਚ, ਉਸ ਸਾਰੇ ਦੇ ਵਿੱਚੋਂ ਜਿੰਨੀ ਬੁਰਿਆਈ, ਜਿੰਨਾ ਮਾੜਾਪਨ, ਸਭ ਅੱਜ ਰਾਤ ਨੂੰ ਸੋਹਲਾ ਪੜ੍ਹ ਦੇਣਾ ਉਹਦਾ, ਬਸ ਖਤਮ। ਕੱਲ੍ਹ ਨੂੰ ਨਵੀਂ ਜ਼ਿੰਦਗੀ ਹੋਏਗੀ, ਨਵੀਂ ਸ਼ੁਰੂਆਤ ਹੋਏਗੀ। ਜਦੋਂ ਅੱਖਾਂ ਖੁੱਲ੍ਹਣਗੀਆਂ, ਇੱਕ ਨਵਾਂ ਦਿਨ ਮੇਰੇ ਕੋਲ ਹੋਏਗਾ, ਇੱਕ ਨਵੇਂ ਜੀਵਨ ਨੂੰ ਮੈਂ ਮਾਣ ਸਕਾਂਗਾ। ਜਿੰਨਾ ਬੰਦਾ ਇਸ ਕਿਸਮ ਦੀ ਸੰਕਲਪ ਨਾਲ ਆਪਣੇ ਆਪ ਨੂੰ ਜੋੜੇਗਾ, ਜੀਵਨ ਦੀ ਚੜ੍ਹਦੀ ਕਲਾ। ਅੱਜ ਤੇ ਮੈਂਟਲ ਹੈਲਥ ਦੇ ਵਿੱਚ, ਕਾਉਂਸਲਿੰਗਸ ਦੇ ਵਿੱਚ ਬੰਦੇ ਦੀ ਵੈਲ ਬੀਇੰਗ ਨੂੰ ਪ੍ਰਮੋਟ ਕਰਨ ਵਾਸਤੇ ਐਵੇਂ ਦੀਆਂ ਗੱਲਾਂ ਲਿਟਰਲੀ ਤੌਰ 'ਤੇ ਸਿਖਾਈਆਂ ਜਾਂਦੀਆਂ। ਇੱਥੇ ਗੁਰੂ ਸ਼ਬਦ ਸਾਨੂੰ ਇਹ ਸਭ ਚੀਜ਼ਾਂ ਦਿਖਾ ਰਿਹਾ, ਸਮਝਾ ਰਿਹਾ। ਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸ਼ਬਦ 'ਚ ਪਾ ਰਹੇ ਕਿ ਮਰ ਜੀਵੈ। ਹਰ ਰੋਜ਼ ਆਪਣੇ ਅੰਦਰ ਮਾੜੀਆਂ ਵਿਚਾਰਾਂ, ਰਾਵਾਂ, ਖਿਆਲ ਆਉਂਦੇ, ਜਿਹੜੇ ਉਹਨਾਂ ਨੂੰ ਮਾਰਨਾ ਤੇ ਫਿਰ ਜਿਉਣਾ। ਉਹਨਾਂ ਨੂੰ ਪਨਪਨ ਨਹੀਂ ਦੇਣਾ, ਕਿਉਂਕਿ ਉਹਨਾਂ ਨੇ ਤੇ ਮਾਰ ਦੇਣਾ ਮੈਨੂੰ। ਜੇ ਮੈਂ ਨਾ ਉਹਨਾਂ ਨੂੰ ਕਤਲ ਕਰਾਂਗਾ, ਜੇ ਮੈਂ ਉਹਨਾਂ ਨੂੰ ਆਪਣੇ ਵਿੱਚੋਂ ਦੂਰ ਨਹੀਂ ਕਰਾਂਗਾ। ਸਪੋਜ਼ ਕਰੋ ਕੋਈ ਮਾੜੀ ਆਦਤ ਆ ਗਈ, ਮਾੜੇ ਖਿਆਲ ਆ ਗਏ, ਜੇ ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਡਿਟੈਕਟ ਨਹੀਂ ਕਰੋਗੇ, ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਆਪਣੀ ਸੁਰਤ ਵਿੱਚੋਂ ਡਿਲੀਟ ਨਹੀਂ ਕਰੋਗੇ, ਉਹਨਾਂ ਨੂੰ ਐਲੀਮੀਨੇਟ ਨਹੀਂ ਕਰੋਗੇ, ਉਹ ਜੀਵਨ ਖਾ ਜਾਣਗੇ, ਜੀਵਨ ਲੈ ਜਾਣਗੇ ਸਾਰੇ ਦਾ ਸਾਰਾ। ਸੋ ਇਸ ਅਹਿਸਾਸ 'ਚ ਲਿਆਂਦਾ ਜਾਏ। ਜੇ ਸਾਖੀ ਨੂੰ ਮੈਂ ਬਾਤ ਕਰਾਂ ਤੇ ਅਸੀਂ ਸੂਤਕ ਪਾਤਕ ਦੀ ਬਾਤ ਸੁਣਦੇ ਹਾਂ ਸਾਡੀ ਲਿਟਰੇਚਰ ਦੇ ਵਿੱਚ। ਭਾਰਤੀ ਖਿੱਤੇ 'ਚ ਦੀ ਬੜੀ ਗੱਲ ਰਹੀ। ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਵਾਰ-ਵਾਰ ਬਿਆਨ ਕੀਤਾ ਕਿ ਜਿਹੜਾ ਹੈਗਾ ਸੂਤਕ ਪਾਤਕ, ਇਹ ਕਿਵੇਂ ਮੰਨੋਗੇ? ਸੂਤਕ ਕਿਉਂ ਕਰ ਰੱਖੀ ਹੈ? ਸਭ ਮੈਂ ਸੂਤਕ ਹੋਏ। ਜੇ ਹਰ ਜਗ੍ਹਾ 'ਤੇ ਸੂਤਕ ਵਾਪਰ ਰਿਹਾ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਮਤਲਬ ਸੂਤਰ ਰੱਖੋਗੇ ਕਿਵੇਂ? ਚੁੱਲ੍ਹੇ ਬਲਦੇ ਸੀ ਪੁਰਾਣੇ ਸਮੇਂ, ਗੋਇਆ ਬਾਲਿਆ ਜਾਂਦਾ ਸੀ, ਲੱਕੜ ਬਾਲੀ, ਲੱਕੜਾਂ 'ਚ ਕੀੜੇ ਹੁੰਦੇ ਸੀ, ਸ਼ਰੇਆਮ ਉਹ ਕੀੜੇ ਮਰਦੇ ਸੀ, ਸੜਦੇ ਸੀ। ਅਤੇ ਉਸੇ ਸਮੇਂ ਜਿਹੜਾ ਹੈਗਾ ਪਾਤਕ ਤੇ ਹੋ ਰਿਹਾ, ਮਰ ਰਹੇ ਨੇ ਜੀ। ਉਸੇ ਸਮੇਂ ਉਹ ਕੀੜੇ ਰਸੋਈ 'ਚ ਪਏ ਹੋਏ ਬਾਲਣ ਵਿੱਚੋਂ ਬੱਚੇ ਵੀ ਦੇ ਰਹੇ ਨੇ, ਉੱਥੇ ਵੀ ਗੁਰੂ ਸਾਹਿਬ ਕਹਿੰਦੇ ਕੀ ਕਰ ਰਹੇ ਹੋ ਤੁਸੀਂ? ਚੁੱਲ੍ਹਾ ਕਹਿੰਦੇ ਨੇ ਕਿ ਸੂਤਕ ਪਾਤਕ ਨਾਲ ਅਪਵਿੱਤਰ ਹੁੰਦਾ, ਉਹ ਤੇ ਹਰ ਵਕਤ ਉਹ ਚੀਜ਼ ਹੋ ਰਹੀ। ਜੇ ਅੱਜ ਦੇ ਇਸ ਮਾਹੌਲ 'ਚ ਆ ਜਾਈਏ ਤਾਂ ਲੋਕ ਕਹਿਣਗੇ ਅੱਜ ਤੇ ਉਹ ਕੀੜੇ ਮਕੌੜੇ ਉਸ ਰੱਬ ਵਿੱਚ। ਭਾਈ ਸਾਨੂੰ ਕੀ ਪਤਾ? ਤੁਸੀਂ ਖੁਰਦਬੀਨ ਨਾਲ ਦੇਖੋ, ਧਿਆਨ ਦੇ ਨਾਲ, ਤੇ ਤੁਹਾਨੂੰ ਪਤਾ ਲੱਗੇਗਾ ਰਸੋਈਆਂ ਦੇ ਵਿੱਚ ਕਿੱਦਾਂ ਜ਼ਰਮ ਤੁਰੇ ਫਿਰਦੇ ਨੇ। ਫਿਰ ਇਕੱਲਾ ਹੀ ਨਹੀਂ ਹੈਗਾ, ਆਮ ਥੋੜ੍ਹੇ ਜਿਹੇ ਪੁਰਾਣੇ ਘਰ ਹੋ ਜਾਣ, ਕਾਕਰੋਚ ਆ ਜਾਂਦੇ, ਹੋਰ ਚੀਜ਼ਾਂ ਦੁਨੀਆ ਭਰ ਦੇ। ਮਤਲਬ ਤੁਸੀਂ ਕਿਵੇਂ ਭੱਜ ਸਕਦੇ ਤੋਂ? ਇਹ ਸਾਰੀ ਬਾਤ ਹੋਈ। ਗੁਰੂ ਬਾਬਾ ਜੀ ਨੇ ਹਰ ਤਰ੍ਹਾਂ ਦੇ ਵਹਿਮ ਭਰਮ ਵਿੱਚੋਂ ਬਾਹਰ ਕੱਢਿਆ। ਨਾਲ ਦੀ ਨਾਲ ਜਿਹੜਾ ਬ੍ਰਾਹਮਣੀ ਨਿਜ਼ਾਮ ਬਣਿਆ ਸੀਗਾ, ਮਨੁਵਾਦੀ ਸੋਚ ਸੀਗੀ ਜਿਹੜੀ, ਜਿਹਦੇ ਵਿੱਚ ਬ੍ਰਾਹਮਣ ਸਰਵੋਪਰੀ ਸੀ, ਦੂਸਰਾ ਸਾਰਾ ਸਮਾਜ ਉਹਦੀ ਪੂਜਾ 'ਚ ਲੱਗਾ ਸੀ। ਵੈਸ਼ ਦੇ ਜਿਹੜੇ ਸ਼ੂਦਰ ਸੀਗੇ ਸਮਾਜ, ਸੁਸਾਇਟੀ ਦਾ 80% ਹਿੱਸਾ, ਉਹਦੇ ਹੱਕ ਹਕੂਕ ਕੋਈ ਨਹੀਂ ਸੀਗਾ। ਉਹਦਾ ਅਜੀਬ ਤਰ੍ਹਾਂ ਦੀ ਗੁਲਾਮੀ, ਇੱਕ ਸਲੇਵਰੀ ਭੋਗ ਰਿਹਾ ਸੀਗਾ। ਗੁਰੂ ਸਾਹਿਬ ਨੇ ਸਭ ਤੋਂ ਬਾਹਰ ਕੱਢਿਆ। ਇੱਕ ਸਾਖੀ ਨੂੰ ਜਿਹੜਾ ਹੈਗਾ ਸਾਨੂੰ ਇੱਕ ਚੈਪਟਰ ਮਿਲਦਾ ਆ, ਉਹ 'ਚ ਹੁੰਦਾ ਕਿ ਗੁਰੂ ਅਰਜਨ ਸਾਹਿਬ ਦੇ ਸਮੇਂ ਦੇ ਵਿੱਚ
ਕੁਝ ਸਿੱਖ ਨੇ ਜਿਹੜੇ ਬਿਲਕੁਲ ਦਰਿਆਏ ਸਿੰਧ ਬਲੂਚਿਸਤਾਨ ਦੇ ਇਲਾਕੇ ਦੇ ਵਿੱਚੋਂ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ। ਉਹਨਾਂ ਨੇ ਸਿੱਖੀ ਧਾਰਨ ਕੀਤੀ ਹੈ, ਕੁਝ ਸਮੇਂ ਤੋਂ ਸਿੱਖੀ ਦੀ ਐਕਸਰਸਾਈਜ਼ ਕਰ ਰਹੇ ਨੇ। ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ, ਪਾਤਸ਼ਾਹ ਹਾਲਾਂਕਿ ਅਸੀਂ ਤੇ ਸਿੱਖ ਹੋ ਗਏ ਹਾਂ, ਤੇ ਬੀਇੰਗ ਏ ਸਿੱਖ ਅਸੀਂ ਸਭ ਵਹਿਮ ਭਰਮ ਛੱਡ ਦਿੱਤੇ ਨੇ, ਸਭ ਬ੍ਰਾਹਮਣੀ ਰਿਵਾਇਤਾਂ ਛੱਡ ਦਿੱਤੀਆਂ ਨੇ, ਸਭ ਕੁਝ ਤਿਆਗ ਦਿੱਤਾ ਹੈ। ਪਰ ਹਾਲਤ ਇਹ ਹੈ ਕਿ ਜਿਹੜਾ ਬ੍ਰਾਹਮਣ ਆ ਵਕਤ ਸਾਡੇ ਇਲਾਕੇ ਦੇ ਵਿੱਚ ਬ੍ਰਾਹਮਣਵਾਦ ਨਾਲ ਜੁੜਿਆ ਹੋਇਆ ਜਿਹੜਾ ਸਮਾਜ ਦਾ ਹਿੱਸਾ ਆ, ਉਹ ਬੜਾ ਤਾਕਤਵਰ ਹੈ। ਉਹ ਆਲੇ ਦੁਆਲੇ ਪ੍ਰਚਾਰ ਕਰੀ ਜਾਂਦਾ, ਅਸੀਂ ਇਹਨਾਂ ਨੂੰ ਬਰਾਦਰੀ ਤੋਂ ਬਾਈਕਾਟ ਕਰਤਾ ਹੈ, ਬਰਾਦਰੀ ਤੋਂ ਬਾਹਰ ਕੱਢ ਦਿੱਤਾ ਹੈ, ਇਸ ਤਰੀਕੇ ਦੇ ਨਾਲ। ਤੇ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਵੀ ਲੋਕੀ ਪੁੱਛਦੇ ਵੀ ਨੇ ਕਿ ਭਾਈ ਤੁਸੀਂ ਇਹਨਾਂ ਨਾਲ ਨਹੀਂ ਵਰਤਦੇ, ਕਿਉਂਕਿ ਸਾਡਾ ਤੇ ਹੁਣ ਸਮਾਜਿਕ ਜੀਵਨ ਯਾਪਨ ਹੀ ਸਾਰਾ ਬਦਲ ਗਿਆ। ਗੁਰੂ ਬਾਬਾ ਜੀ ਇਸ ਸਭ ਦੇ ਨਾਲ ਇੱਕ, ਜਿਵੇਂ ਬੰਦਾ ਕਹਿੰਦਾ ਨਾ ਕਈ ਵਾਰੀ ਇੱਕ ਇਨਫੀਰੀਅਰ ਜੀ ਫੀਲਿੰਗ ਵੀ ਆ ਜਾਂਦੀ, ਕਈ ਵਾਰੀ ਇੱਕ ਬੜੀ ਇਸ ਕਿਸਮ ਦੀ ਭਾਵ ਹੁੰਦਾ ਹੈ ਕਿ ਅਸੀਂ ਕਿਉਂ ਇਹਨਾਂ ਤੋਂ ਹੀਣੇ ਹੋਈ ਜਾ ਰਹੇ ਹਾਂ। ਗੁਰੂ ਬਾਬਾ ਜੀ ਨੇ ਬਾਤ ਸੁਣੀ। ਮਹਾਰਾਜ ਕਹਿੰਦੇ, ਭਾਈ ਗੱਲ ਠੀਕ ਹੈ ਤੁਹਾਡੀ, ਤੁਸੀਂ ਇੱਕ ਕੰਮ ਕਰੋ, ਤੁਸੀਂ ਆਪਣੇ ਪਿੰਡਾਂ ਥਾਵਾਂ ਦੇ ਲੋਕਾਂ ਨੂੰ ਜੇ ਕੋਈ ਪੁੱਛਦਾ ਵੀ ਭਾਈ ਤੁਸੀਂ ਬ੍ਰਾਹਮਣ ਤੁਹਾਡੇ ਘਰ ਨਹੀਂ ਆਉਂਦਾ, ਤੁਸੀਂ ਫਲਾਣੀ ਬ੍ਰਾਹਮਣ ਧਾਰਾ ਨੂੰ ਮੰਨਣ ਵਾਲੇ ਲੋਕਾਂ ਨਾਲ ਨਹੀਂ ਵਰਤਦੇ, ਭਾਈ ਗੱਲ ਕੀ ਹੈ? ਤੇ ਗੁਰੂ ਸਾਹਿਬ ਕਹਿਣ ਲੱਗੇ, ਤੁਸੀਂ ਕਿਆ ਕਰੋ ਭਾਈ, ਸਾਡਾ ਤੇ ਇਹਨਾਂ ਦਾ ਰਾਹ ਵੱਖਰਾ ਹੋ ਗਿਆ, ਕਿਉਂਕਿ ਇਹ ਸਾਡੇ ਘਰ ਆ ਨਹੀਂ ਸਕਦੇ, ਸਾਡੇ ਘਰ ਸੂਤਕ ਤੇ ਪਾਤਕ ਵਾਪਰ ਗਿਆ। ਅਸੀਂ ਤੇ ਸੂਤਕ ਤੇ ਪਾਤਕ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਨਾਲ ਸਾਡੀ ਸਮਝ ਨਹੀਂ, ਕਿ ਆ ਹੀ ਨਹੀਂ ਸਕਦੇ ਸਾਡੇ ਘਰ, ਸਾਡਾ ਵਿਹੜਾ ਬੰਦ ਹੋ ਗਿਆ ਇਹਨਾਂ ਵਾਸਤੇ। ਸਿੱਖ ਗੁਰੂ ਸਾਹਿਬ ਨੂੰ ਜਵਾਬ ਦਿੰਦੇ, ਮਹਾਰਾਜ ਗੱਲ ਠੀਕ ਹੈ ਤੁਹਾਡੀ, ਸਿਰ ਮੱਥੇ ਅਸੀਂ ਐਵੇਂ ਕਹਿ ਲਵਾਂਗੇ, ਪਰ ਪਾਤਸ਼ਾਹ ਸਾਡਾ ਤੇ ਪਿੰਡ ਗਿਰਾਂ ਬਹੁਤਾ ਵੱਡਾ ਨਹੀਂ, ਛੋਟਾ ਜਿਹਾ ਹੀ ਹੈ, ਆਲੇ ਦੁਆਲੇ ਸਭ ਨੂੰ ਪਤਾ ਇੱਕ ਦੂਜੇ ਬਾਰੇ ਬੜੀ ਚੰਗੀ ਤਰ੍ਹਾਂ। ਲੋਕੀ ਕਹਿਣਗੇ, ਅੱਛਾ ਤੁਹਾਡੇ ਘਰ ਸੂਤਕ ਆਇਆ, ਕੌਣ ਪੈਦਾ ਹੋਇਆ ਦੱਸੋ? ਕਿਉਂਕਿ ਸੂਤਕ ਤੇ ਉਦੋਂ ਪੈਦਾ ਹੁੰਦਾ ਜਦੋਂ, ਉਦੋਂ ਬਣਦਾ ਜਦੋਂ ਨਵਾਂ ਬੱਚਾ ਪੈਦਾ ਹੋਏ। ਕੋਈ ਪੈਦਾ ਹੋਇਆ ਘਰ ਤੁਹਾਡੇ? ਪਾਤਕ ਉਦੋਂ ਬਣਦਾ ਜਦੋਂ ਕਿਸੇ ਦੀ ਮੌਤ ਹੁੰਦੀ ਹੈ। ਦੱਸੋ ਕੌਣ ਮਰਿਆ? ਜੇ ਕੋਈ ਮਰਿਆ ਹੀ ਨਹੀਂ ਤੇ ਫਿਰ ਪਾਤਕ ਕਿਵੇਂ ਹੋ ਗਿਆ? ਤੇ ਗੁਰੂ ਸਾਹਿਬ ਅਸੀਂ ਕੀ ਜਵਾਬ ਦੇਵਾਂਗੇ? ਲੋਕ ਕਹਿਣਗੇ ਗੱਲਾਂ ਬਣਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਨਹੀਂ, ਉਹਨਾਂ ਨੂੰ ਦੱਸਿਆ ਜੇ ਸਾਡੇ ਘਰ ਸੂਤਕ ਤੇ ਪਾਤਕ ਦੋਵੇਂ ਹੀ ਆ ਗਏ ਨੇ ਤੇ ਪੱਕਾ ਡੇਰਾ ਲਾ ਲਿਆ, ਉਹ ਜਾਂਦੇ ਹੀ ਨਹੀਂ। ਕਹਿਣ ਲੱਗੇ ਮਹਾਰਾਜ ਕਿਵੇਂ ਕਵਾਂਗੇ? ਗੁਰੂ ਸਾਹਿਬ ਕਹਿਣ ਲੱਗੇ ਉਹਨਾਂ ਨੂੰ ਦੱਸਿਆ ਜੇ ਸਾਡੇ ਘਰ ਹਰ ਰੋਜ਼ ਅਗਿਆਨ ਦੀ ਮੌਤ ਹੁੰਦੀ ਹੈ, ਔਗਣਾਂ ਦੀ ਮੌਤ ਹੁੰਦੀ ਹੈ। ਸਾਡੇ ਘਰ ਹਰ ਰੋਜ਼ ਮਾੜੀਆਂ ਆਦਤਾਂ ਮਰਦੀਆਂ ਨੇ, ਇਸ ਕਰਕੇ ਸਾਡੇ ਘਰ ਪਾਤਕ ਹੈ, ਸਾਡੇ ਘਰ ਕੋਈ ਨਾ ਆਇਆ ਜਾਏ। ਅਗਿਆਨ ਮਰ ਰਿਹਾ ਹਰ ਰੋਜ਼, ਹਰ ਰੋਜ਼ ਔਗਣ ਮਰ ਰਹੇ ਨੇ, ਹਰ ਰੋਜ਼ ਅਮੂੜਤਾ ਮਰ ਰਹੀ ਹੈ। ਮਹਾਰਾਜ ਸ਼ੁਕਰ ਹੈ, ਪਰ ਪਾਤਸ਼ਾਹ ਉਹ ਕਹਿਣਗੇ ਪਾਤਕ ਤੇ ਹੈ ਸੂਤਕ। ਸਾਹਿਬ ਕਹਿੰਦੇ ਉਹਨਾਂ ਨੂੰ ਦੱਸਿਆ ਕਰੋ ਸਾਡੇ ਘਰ ਅਗਿਆਨ ਰੋਜ਼ ਮਰ ਰਿਹਾ ਹੈ, ਗਿਆਨ ਰੋਜ਼ ਜੰਮ ਰਿਹਾ, ਇਸ ਕਰਕੇ ਸਾਡੇ ਘਰ ਸੂਤਕ ਵੀ ਆ ਗਿਆ, ਪਾਤਕ ਵੀ ਆ ਗਿਆ, ਸੂਤਕ ਵੀ ਇਹਦੇ ਨਾਲ ਹੈ। ਸਾਡੇ ਘਰ ਗੁਣ ਰੋਜ਼ ਜੰਮ ਰਹੇ ਨੇ। ਐਕਚੁਅਲ ਲੈਵਲ ਤੇ ਇਹ ਜਿਹੜੀ ਬਾਤ ਦਾਰਸ਼ਨਿਕਤਾ 'ਚ ਆ ਰਹੀ ਹੈ, ਬੜੇ ਫਿਲਾਸਫੀਕਲ ਵੇ ਨਾਲ ਆ ਰਹੀ ਹੈ। ਰਿਐਲਿਟੀ ਇਹ ਹੈ, ਬਾਬਾ ਜੀ ਕਹਿੰਦੇ ਨੇ ਕਿ ਮਰ ਮਰ ਜੀਵੈ, ਰੋਜ਼ ਮਰਨਾ ਹੈ ਤੇ ਰੋਜ਼ ਜਿਉਣਾ ਹੈ। ਮਰਨਾ ਹੈ ਮਾੜੇ ਪੱਖ ਤੋਂ। ਆਪ ਦੇਖਦੇ ਹੋ ਰੋਜ਼ ਮਾੜੀ ਚਮੜੀ ਜਿਹੜੀ ਹੈ ਮਰੀ ਹੋਈ ਲਾਨੇ ਨਹਾ ਕੇ, ਜਿਹੜੇ ਕੇਸ ਨੇ ਡੈਡ ਕੇਸ ਨੇ ਉਹ ਕੱਢਦੇ ਆ ਵਿੱਚੋਂ ਉਸ ਰੂਪ ਦੇ ਵਿੱਚ। ਜੇ ਬੰਦਾ ਕੇਸਾਂ ਨੂੰ ਤੇ ਕੰਘਾ ਫੇਰ ਲਵੇ, ਸਰੀਰ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਸਾਫ਼ ਕਰ ਲਏ, ਸਾਬਣ ਲਗਾ ਕੇ ਹੋਰ ਚੀਜ਼ਾਂ ਲਗਾ ਕੇ, ਮਨ ਮੰਡਲ ਨੂੰ ਧੋਵੇ ਹੀ ਨਾ। ਮਾੜੇ ਸੜੇ ਬੁਸੇ ਸੜਾਂਦ ਮਾਰਦੇ ਵਿਚਾਰ ਰਾਵਾਂ ਖਿਆਲ ਆਦਤਾਂ ਸੋਚਾਂ ਨਾਲ ਤੁਰੀ ਜਾਏ, ਕਿੰਨੀ ਕੁ ਦੇਰ ਤੁਰੇਗਾ? ਜਿਉਂਦਾ ਮਰ ਜਾਏਗਾ ਬੰਦਾ। ਬੰਦਾ ਜਿਹਨੂੰ ਸਾਹਿਬ ਨੇ ਬਾਣੀ 'ਚ ਕਿਹਾ ਸੀ ਨਾ, ਗੁਰੂ ਸਾਹਿਬ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵੀ ਲਲਾਏ। ਕੋੜੀ ਹੋ ਜਾਏਗਾ ਬੰਦਾ, ਕੋੜ ਦਾ ਰੋਗੀ। ਤੁਸੀਂ ਨਹਾਣਾ ਛੱਡ ਦਿਓ, ਚਮੜੀ ਦੀ ਕੇਅਰ ਕਰਨੀ ਛੱਡ ਦਿਓ, ਅਲਟੀਮੇਟਲੀ ਹੋਏਗਾ ਕੀ? ਕੁਸ਼ਟ ਰੋਗ, ਗਲ ਜਾਏਗੀ ਚਮੜੀ। ਜਿਹਨੂੰ ਇਹਨਾਂ ਮੁਲਕਾਂ 'ਚ ਅਸੀਂ ਕਹਿੰਦੇ ਹਾਂ ਕਿ ਬੰਦਾ ਜਿਹੜਾ ਹੈਗਾ ਉਹਨੂੰ ਕਈ ਵਾਰ ਕੁਝ ਵੈਸੇ ਵੀ ਰੀਜ਼ਨ ਹੋ ਜਾਂਦੇ ਨੇ, ਪਰ ਇਹ ਹੈ ਕਿ ਐਗਜ਼ੀਮਾ ਵਗੈਰਾ ਹੋ ਜਾਣਾ, ਇਹ ਸਭ ਚੀਜ਼ਾਂ। ਇੱਥੇ ਜ਼ਿਕਰ ਆਇਆ ਮਨ ਮੰਡਲ ਦੀ ਦੁਨੀਆ ਜਿਹੜੀ ਹੈ ਇਹਨੂੰ ਕੰਘੀ ਫੇਰਨੀ ਪਏਗੀ, ਪਰ ਫੇਰਾਂਗੇ ਕਾਹਦੇ ਨਾਲ? ਬਾਹਰ ਤੇ ਕੰਘਾ ਫੇਰਨ ਦਾ ਪਤਾ ਹੈ ਨਾ, ਵੀ ਕੰਘਾ ਲੈ ਕੇ ਤੁਸੀਂ ਕੇਸਾਂ 'ਚੋਂ ਫੇਰਤਾ, ਸੋਪ ਵੀ ਮਿਲ ਗਿਆ, ਸੋਪ ਵੀ ਲਾ ਲਿਆ, ਧੋ ਲਿਆ, ਉਸ ਤਰੀਕੇ ਨਾਲ ਹੋ ਗਈ ਬਾਤ। ਇਹ ਅੰਦਰ ਬਾਣੀ
ਇਹਨੂੰ ਗੁਰੂ ਸਾਹਿਬ ਨੇ ਜਪਜੀ ਸਾਹਿਬ 'ਚ ਲਿਟਰਲੀ ਤੌਰ ਤੇ ਬਿਆਨ ਕੀਤਾ। ਜਦੋਂ ਮਹਾਰਾਜ ਇਹ ਜ਼ਿਕਰ ਕਰਦੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਹਦੇ ਨਾਲ ਇਸ ਤਰੀਕੇ ਨਾਲ ਆਪਣੇ ਆਪ ਨੂੰ ਸਾਫ਼ ਕਰਿਆ ਜੇ, ਰੋਜ਼ ਮਾਰਿਆ ਜੇ ਝਾੜੂ, ਰੋਜ਼ ਆਪਣੇ ਆਪ ਨੂੰ ਕਲੀਨ ਕਰਿਆ, ਸਾਫ਼ ਕਰਿਆ ਜੇ, ਤਾਂ ਕਿ ਅੰਦਰ ਦੀ ਕਲੀਨਜਿੰਗ ਹੋ ਸਕੇ, ਸਫਾਈ ਹੋ ਸਕੇ। ਮਰ ਜੀਵ ਹੈ। ਜੇ ਨਹੀਂ ਮਰੇ ਹੋਏ ਨੂੰ ਸੱਟਾਂਗੇ ਪਰਾਂ, ਮਰੀਆਂ ਹੋਈਆਂ ਬਾਤਾਂ, ਮਰੇ ਹੋਏ ਜਿਹੜੇ ਖਿਆਲ, ਮਾਰਨ, ਜਿਹੜੀਆਂ ਸਾਨੂੰ ਮਾਰ ਸਕਦੀਆਂ ਚੀਜ਼ਾਂ, ਸੋਚਾਂ। ਹੁਣ ਸਪੋਜ਼ ਕਰੋ, ਸਿੰਪਲ ਬਾਤ ਕਰਾਂ ਹੋਰ, ਬੰਦਾ ਆਲੇ ਦੁਆਲੇ ਸਮਾਜ 'ਚ ਵੇਖਦਾ ਆ ਨਸ਼ੇ ਦਾ ਪ੍ਰਚਲਨ ਵੱਧ ਰਿਹਾ ਆ। ਜਿਵੇਂ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਬੱਚਿਆਂ ਨਾਲ ਗੱਲਾਂ ਕਰੋ। ਬੱਚੇ ਕਈ ਵਾਰੀ ਸੋਚਦੇ, ਉਹ ਐਕਚੁਅਲੀ ਪੀਪਲ ਹੂ ਆਰ ਯੂਜ਼ਿੰਗ ਈ ਸਿਗਰੇਟਸ, ਦੇ ਆਰ ਕੂਲ, ਯੂ ਨੋ, ਦੇ ਆਰ ਵੈਰੀ ਕੂਲ ਲੁਕਿੰਗ ਪ੍ਰੋਡਕਟਸ। ਉਹ ਜਿਹੜੇ ਇਸ ਤਰੀਕੇ ਦੇ ਨਾਲ ਕਈਆਂ ਨੂੰ ਲੱਗਦਾ, ਉਹ ਵਾਓ, ਵੇਪਿੰਗ, ਵਾਟ ਅ ਨਾਈਸ ਥਿੰਗ, ਆਈ ਰੀਅਲੀ ਵਾਂਟ ਟੂ ਐਕਚੁਅਲੀ ਐਟ ਲੀਸਟ ਟਰਾਈ ਵਨ ਟਾਈਮ। ਡਾਟਾ ਪੜ੍ਹੋ ਉਹਨਾਂ ਵਾਸਤੇ, ਦੱਸੋ ਬਣਾਇਆ ਕਾਹਦੇ ਵਾਸਤੇ ਸੀਗਾ ਵੇਪ, ਤੇ ਯੂਜ਼ ਕਾਹਦੇ ਵਾਸਤੇ ਹੋ ਰਿਹਾ। ਡਾਟਾ ਇਹ ਦੱਸ ਰਿਹਾ ਹੈਗਾ ਕਿ ਇਹਦੇ ਨਾਲ ਜਿਹੜੀ ਜਗਤ ਜੂਠ, ਤਮਾਕੂ ਨੋਸ਼ੀ, ਟਬੈਕੋ ਇਨਟੇਕ ਜਿਹੜਾ ਆ, ਉਹ ਪਿਛਲੇ 25 ਸਾਲਾਂ ਤੋਂ ਹਾਈ ਲੈਵਲ ਤੇ ਆ ਗਿਆ। ਕਿਉਂਕਿ ਜਦੋਂ ਬੰਦਾ, ਸਪੋਜ਼ ਕਰੋ ਸਿੰਪਲ ਹੀ ਆ, ਸਰਲ ਭਾਵ ਵਿੱਚ ਆ, ਕਈ ਵਾਰ ਬੰਦਾ ਕਹੇਗਾ, ਓਕੇ, I actually don't drink any alcohol. I only actually just have some beers. ਠੀਕ ਹੈ ਜੀ। ਜਾਣਾ ਤੇ ਪੀਅਰ ਪ੍ਰੈਸ਼ਰ ਵਿੱਚ ਨਾ, ਆਲੇ ਦੁਆਲੇ ਦੋਸਤ ਮੰਡਲੀ ਸਾਰੀ ਹੋਣੀ ਹੈ, ਉਹਨਾਂ ਕਹਿਣਾ, ਲੈ ਜੇ ਇਹ ਪੀ ਸਕਦਾ ਤੇ ਇਹਦੇ 'ਚ ਕੀ ਫਰਕ ਹੈ, ਚੱਲ ਗੋ ਹੈਡ। ਇੱਥੋਂ ਬਾਅਦ ਸ਼ੁਰੂ ਹੁੰਦੀ ਹੈ ਇਹ ਐਵੀਨਿਊ ਅਸਲ ਵਿੱਚ। If you're already actually using e-cigarette, if you're already using some kind of vaping, what's wrong with that? Use it, try it. The nicotine ਸਭ ਤੋਂ ਦੁਨੀਆ ਦੀ ਵਰਸ ਕ੍ਰੇਵਿੰਗ ਹੈ। ਜਿਨ੍ਹਾਂ ਲੋਕਾਂ ਨੇ, ਗੁਰੂ ਸਾਹਿਬ ਨੇ ਐਵੇਂ ਨਹੀਂ ਬਚਾਇਆ ਸਾਨੂੰ, ਗੁਰੂ ਸਾਹਿਬ ਨੇ ਕਿਹਾ ਇਸ ਪਾਸੇ ਨਹੀਂ ਜਾਣਾ। ਹਾਲਾਂਕਿ ਮੈਂ ਸ਼ਾਇਦ ਕਦੇ ਬਾਤ ਕੀਤੀ ਹੋਏ, ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਆਈ ਥਿੰਕ ਆਈ ਵਾਜ਼ ਐਕਚੁਅਲੀ ਵਿਜ਼ਿਟਿੰਗ ਫਸਟ ਟਾਈਮ UK, ਬਹੁਤ ਸਾਲ ਹੋ ਗਏ ਹੁਣ ਤੇ ਉਹ ਸਮਹਾਓ ਅਸੀਂ ਕੈਂਬਰਿਜ ਏਰੀਏ 'ਚ ਤੁਰੇ ਫਿਰਦੇ ਸੀਗੇ, ਤੇ ਉੱਥੇ ਮੇਰੇ ਵੀਰ ਜੀ ਹੈਗੇ, ਬੜੇ ਪਿਆਰੇ, ਬੜੇ ਯੂਨੀਵਰਸਿਟੀ ਨਾਲ ਹੀ ਐਸੋਸੀਏਟਡ ਸੀਗੇ। ਤੇ ਉਹ ਮੈਨੂੰ ਉਹਨਾਂ ਦੀ ਇੱਕ ਮਿਊਜ਼ੀਅਮ ਕਾਈਂਡ ਆਫ ਲਾਇਬ੍ਰੇਰੀ ਉਹਦੇ 'ਚ ਲੈ ਗਏ। ਤੇ ਉੱਥੇ ਪੁਰਾਣੀਆਂ ਕੁਝ ਬੁੱਕਸ ਵਗੈਰਾ, ਆਰਕਾਈਵਸ ਦੇ ਉਹਨਾਂ ਨੇ ਲਗਾਇਆ ਇਸ ਤਰੀਕੇ ਦੇ ਨਾਲ। ਤੇ ਉੱਥੇ ਉਹਨਾਂ ਦਾ ਨਾ ਪਹਿਲਾ ਜਿਹੜਾ ਪਬਲਿਸ਼ ਹੋਇਆ ਉਹ ਲੱਗਾ ਇਨਸਾਈਕਲੋਪੀਡੀਆ। ਤੇ ਇਸ ਤਰੀਕੇ ਨਾਲ ਖੁੱਲ੍ਹਾ ਹੀ ਪਿਆ। ਤੇ ਜਿਵੇਂ ਉਸ ਤਰੀਕੇ ਨਾਲ ਖੁੱਲ੍ਹਾ ਹੈ ਨਾ ਐਵੇਂ, ਤੇ ਸਭ ਤੋਂ ਉੱਤੇ ਸੀ ਦੇ ਜਿਹੜਾ ਹੈਗਾ ਲੈਟਰ ਦੇ ਅੰਡਰ ਜਿਹੜੇ ਵਰਡ ਆਉਂਦੇ ਨੇ ਉਹ ਲਿਖੇ। ਉੱਤੇ ਹੀ ਉਹਦੇ ਲਿਖਿਆ ਸਿਗਰਟ, ਸਿਗਾਰ, ਇਸ ਕਿਸਮ ਦੇ ਨਾਲ ਇਹ 3-4 ਵਰਡ ਲਿਖੇ। ਉਹ ਬਾਏ ਚਾਂਸ ਬੰਦੇ, ਕਈ ਵਾਰੀ ਬੰਦਾ ਕਿਊਰੀਅਸ ਹੁੰਦਾ, ਮਾੜਾ ਜਿਹਾ ਪੜ੍ਹਨ ਲੱਗਾ ਤੇ ਉਹ ਸੈਂਟੈਂਸ ਜਿਹੜਾ ਮੈਂ ਪੜ੍ਹਿਆ ਤੇ ਪਤਾ ਕੀ ਲਿਖਿਆ ਉਹਦੇ ਉੱਤੇ, ਪੇਜ ਦੇ ਸਿਗਰਟ ਦੇ। ਕਿਉਂਕਿ ਇਨਸਾਈਕਲੋਪੀਡੀਆ ਜਿਹੜਾ ਹੁੰਦਾ ਉਹ ਡਿਕਸ਼ਨਰੀ ਤੋਂ ਥੋੜ੍ਹਾ ਡਿਫਰੈਂਟ ਹੁੰਦਾ, ਉਹਦੇ 'ਚ ਵਰਡ ਦੀ ਥੋੜ੍ਹੀ ਜਿਹੀ ਫਰਦਰ ਐਕਸਟੈਂਸ਼ਨ ਕਰਕੇ ਉਹਨੂੰ ਐਕਸਪਲੇਨ ਕੀਤਾ ਗਿਆ ਹੁੰਦਾ। ਜਿਸ ਵੀ ਸ਼ਖਸ ਨੇ ਉਹਨੂੰ ਐਕਸਪਲੇਨ ਕੀਤਾ, ਉਹਨੇ ਐਕਸਪਲੇਨ ਇਸ ਤਰ੍ਹਾਂ ਕੀਤਾ, ਉਹ ਕਹਿੰਦਾ ਕਿ ਸਿਗਰਟ ਹੁੰਦਾ ਕਿ ਇਟਸ ਅ ਕਾਈਂਡ ਆਫ ਅ ਸਟਿਕ ਵਿਚ ਇਜ਼ ਫੁੱਲ ਵਿਦ ਟੋਬੈਕੋ, ਇਹ ਲਿਖਿਆ। ਤੇ ਉਹਦੇ ਅੱਗੇ ਲਿਖਦਾ, ਕਹਿੰਦਾ ਕਿ ਇਹ ਇੱਕ ਸਟਿਕ ਦੀ ਤਰ੍ਹਾਂ ਇੱਕ ਇਸ ਤਰੀਕੇ ਡੰਡੀ ਹੁੰਦੀ ਹੈ, ਤੇ ਉਹ ਲੱਕੜ ਦੀ ਤਰ੍ਹਾਂ, ਤੇ ਉਹਦੇ ਵਿੱਚ ਜਿਹੜਾ ਟੋਬੈਕੋ ਭਰਿਆ ਹੁੰਦਾ, ਜਗਤ ਜੂਠ, ਤੇ ਉਹਦੇ ਹੁੰਦਾ ਇੱਕ ਪਾਸੇ ਧੂੰਆਂ ਹੁੰਦਾ, ਦੂਜੇ ਪਾਸੇ ਮੂਰਖ ਬੰਦਾ ਹੁੰਦਾ। That is written over there. ਮੈਨੂੰ ਅਹਿਸਾਸ ਆਇਆ, ਦੇਖੋ ਸੈਂਕੜੇ ਪਹਿਲਾਂ ਇੱਥੇ ਵੀ ਆ ਬਾਤ ਲਿਖੀ ਜਾ ਰਹੀ ਹੈ। ਹੁਣ ਦੱਸਿਆ ਜਾਏ ਧੂਏ ਨੂੰ ਜਾਨਵਰ ਵੀ ਨਹੀਂ ਪੀਂਦੇ। ਬੰਦੇ ਨੂੰ ਦੇਖੋ, ਗੁਰਮਤ ਦਾ ਜਿਹੜਾ ਸਕੂਲ ਆ ਬਹੁਤ ਕਮਾਲ ਦਾ ਆ, ਜੇ ਬੰਦਾ ਧਿਆਨ ਨਾਲ ਦੇਖੇ ਤੇ। ਪਸ਼ੂ, ਪੰਛੀ, ਜਾਨਵਰ, ਕੀਟ ਮਕੌੜ, ਸਭ ਤੋਂ ਵਰਸ ਕਿਸਮ ਦੀ ਜਿਹੜੀਆਂ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਇੱਕ ਤਰ੍ਹਾਂ ਦੀ ਐਨਿਮਿਟੀ ਜੇ ਕਿਤੇ ਆ ਜਾਏ, ਜੇ ਕਿਸੇ ਦੇ ਖਿਲਾਫ ਹੋ ਜਾਣ, ਹਨੀ ਬੀਜ਼, ਮਧੂ ਮੱਖੀਆਂ, ਓਹੋ, ਕਿਸੇ ਦੇ ਪੇਸ਼ ਨਾ ਪੈ ਜਾਣਾ। ਇਹਨਾਂ ਦਾ ਪੇਸ਼ ਪੈਣਾ ਬੰਦੇ ਨੂੰ ਜਿੰਦ ਨਹੀਂ ਛੱਡਦੀਆਂ। ਉਹ ਆਪਨੇ ਕਦੇ ਦੇਖਿਆ ਹੋਣਾ ਤਮਾਸ਼ਾ ਇਸ ਕਿਸਮ ਦੇ ਨਾਲ ਉੱਥੇ। ਹਕੀਕਤ ਇਹ ਹੈ, ਧੂੰਆਂ ਇੱਕ ਇਹੋ ਜਿਹੀ ਚੀਜ਼ ਹੈ, ਉਹਨਾਂ ਨੂੰ ਵੀ ਬਾਲ ਦਿਓ ਨਾ, ਅੱਗੇ ਕਰ ਦਿਓ, ਉਹ ਹੀ ਭੱਜ ਜਾਂਦੀਆਂ। ਬੰਦਾ
ਬੰਦਾ ਇਨਟੇਕ ਕਰ ਰਿਹਾ, ਇਨਹੇਲ ਕਰ ਰਿਹਾ ਉਹਨੂੰ ਇਸ ਤਰੀਕੇ ਦੇ ਨਾਲ। ਜਿਹੜੀ ਮੈਂ ਬੇਨਤੀ ਕੀਤੀ, ਖਿਆਲ ਤਾਂ ਸੁਸਾਇਟੀ 'ਚ ਆਉਂਦੇ ਨੇ, ਇਹੋ ਜਿਹੀ ਸਿੱਖਿਆ ਵੀ ਮਿਲਦੀ ਹੈ, ਆਲੇ ਦੁਆਲੇ ਲੋਕ ਵੀ ਕਰਦੇ ਨੇ। ਅਤੇ ਜਦੋਂ ਸ਼ੁਰੂ 'ਚ ਇੱਥੇ ਕੈਨੇਡਾ 'ਚ ਆਇਆ, ਐਂਡ ਦੈਟ ਟਾਈਮ ਆਈ ਸਟਾਰਟਡ ਮਾਈ ਸਕੂਲਿੰਗ ਇਨ ਜਾਰਜ ਬਰਾਊਨ ਕਾਲਜ। ਅਤੇ ਕੈਸਲੋਮਾ ਕੈਂਪਸ ਜਾਂਦਾ ਸੀਗਾ ਮੈਂ, ਸਬਵੇ ਲੈ ਕੇ ਬਾਹਰ ਨਿਕਲਣਾ, ਅਤੇ ਉਹ ਡੂਪੋਨ ਸਟੇਸ਼ਨ ਤੋਂ ਮੇਰੇ ਖਿਆਲ 'ਚ ਬਣਦਾ। ਅਤੇ ਮੈਂ ਇੱਕ ਦਿਨ ਬਲਾਸ 'ਚ ਘਰਦਿਆਂ ਨੂੰ ਕਿਹਾ, ਮੈਂ ਕਿਹਾ ਵੀ ਜੀ ਕੱਲ੍ਹ ਨੂੰ ਤੁਸੀਂ ਮੇਰਾ ਬਲੱਡ ਵਰਕ ਕਰਾਓ, ਅਤੇ ਜੇ ਉਹਦੇ ਵਿੱਚ ਮਤਲਬ ਸਮੋਕਿੰਗ ਜਾਂ ਟਬੈਕੋ ਦਾ ਕੁਝ ਐਲੀਮੈਂਟ ਲੱਭ ਜਾਏ ਤਾਂ ਤੁਹਾਨੂੰ ਕੋਈ ਕਿਸੇ ਕਿਸਮ ਦੇ ਨਾਲ ਨਾ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਯੂ ਗਾਇਜ਼ ਸ਼ੁੱਡ ਨੋਟ ਬੀ ਐਕਚੁਅਲੀ ਸਰਪ੍ਰਾਈਜ਼ਡ। ਉਹ ਕਹਿੰਦੇ ਕੀ ਮਤਲਬ ਤੇਰਾ? ਮੈਂ ਕਿਹਾ ਮਤਲਬ ਇਹ ਵੀ ਧੂਏਂ 'ਚੋਂ ਲੰਘ ਕੇ ਜਾਣਾ, ਕੋਈ ਆਲਮੋਸਟ ਅੱਧਾ ਪੌਣਾ ਕਿਲੋਮੀਟਰ ਜਿਹੜਾ ਹੁੰਦਾ ਨਾ ਦੋਵਾਂ ਪਾਸੇ, ਕਿਉਂਕਿ ਸਾਈਡ ਵਾਕ ਦੋਨਾਂ ਪਾਸੇ ਬਣੇ ਨੇ, ਧੂੰਆਂ ਹੀ ਧੂੰਆਂ, ਬਸ ਹੋਰ ਕੁਛ ਵੀ ਨਹੀਂ, ਜਾਂਦਿਆਂ ਵੀ ਤੇ ਆਉਂਦਿਆਂ ਵੀ। ਇਹੋ ਜਿਹੇ ਸਮਾਜ ਦੇ ਵਿੱਚ ਕਿਵੇਂ ਬਚਣਗੇ ਲੋਕ? ਕਿਹੋ ਜਿਹੇ ਹਾਲਾਤ ਬਣਨਗੇ? ਇਹ ਜਿਹੜੀ ਚੀਜ਼ਾਂ ਨੇ, ਫਿਰ ਇਹਦਾ ਇਨਫਲੂਐਂਸ ਬੜੀ ਬੈਡਲੀ ਪੈਂਦਾ। ਇਹਨਾਂ ਚੀਜ਼ਾਂ ਨੂੰ ਮਾਰਨਾ, ਇਹਨਾਂ ਨੂੰ ਕਾਊਂਟਰ ਕਰਨਾ, ਇਹਨਾਂ ਤਾਂ ਹੀ ਮਨ ਤੁਹਾਡਾ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਅਪੋਜ਼ ਕਰ ਸਕੇਗਾ ਨਾ, ਕਿਉਂਕਿ ਸੋਸਾਇਟੀ ਤੇ ਇੰਪੋਜ਼ ਕਰ ਰਹੀ ਹੈ, ਦੇ ਰਹੀ ਹੈ ਤੁਹਾਨੂੰ, ਡੈਮੋਸਟ੍ਰੇਸ਼ਨ ਕਰਕੇ, ਵਿਖਾਵਾ ਕਰਕੇ, ਪ੍ਰੈਸ਼ਰਾਈਜ਼ ਕਰਕੇ। ਮਰ ਜੀਵੈ, ਇਹਨੂੰ ਰੋਜ਼ ਮਾਰਨਾ ਹੈ। ਅਦਰਵਾਈਜ਼ these habits, these kind of influence, they gonna kill us. ਸੋਸਾਇਟੀ ਐਵੇਂ ਮਰਦੀ ਹੈ, ਐਵੇਂ ਨਹੀਂ। ਇਹ ਨਹੀਂ ਹੈਗਾ ਕਿ ਪਤਾ ਨਹੀਂ ਉਹਨਾਂ ਨੂੰ ਕਿ ਇਹਦੇ 'ਚੋਂ ਟਾਰ ਪੈਦਾ ਹੁੰਦੀ ਹੈ, ਇਹਦੇ 'ਚੋਂ ਕੈਂਸਰ ਹੁੰਦਾ ਆ। ਮਤਲਬ ਦੁਨੀਆ ਦੇ ਲੰਗਸ ਕੈਂਸਰ ਦੀ ਆਲਮੋਸਟ 80% ਰੀਜ਼ਨ ਤੇ ਇਕੱਲਾ ਬਣਦਾ ਹੈਗਾ। ਦੁਨੀਆ 'ਚ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਇਹ ਬਣਦਾ, ਕੈਂਸਰ ਦੀ ਅਲਾਮਤ ਇਹ ਬਣਦੀ ਹੈ। ਇਸ ਤੋਂ ਫਿਰ ਅਗਲੇ ਜਿਹੜੇ ਇਹਦੇ ਨਾਲ ਦੇ ਜਿਹੜੀ ਜੁੜੀਆਂ ਚੀਜ਼ਾਂ ਨੇ, ਪਰ ਇਹ ਸਭ ਚੀਜ਼ਾਂ ਸਮਝਣੀਆਂ, ਪੜ੍ਹਨੀਆਂ, ਦੱਸਣੀਆਂ। ਤੇ ਗੁਰਮਤਿ ਸਕੂਲ ਦੀ ਜਿਵੇਂ ਬਾਣੀ ਦੀ ਬਾਤ ਕਰਦੇ ਹਾਂ, ਬਾਣੀ ਕਹਿੰਦੀ ਜੀਵਨ 'ਚ ਇੱਕ ਅਲਾਹੀ ਨਸ਼ਾ ਲੈ ਕੇ ਆਓ, ਜਿਹੜਾ ਸੁਰਤ ਦਾ ਨਸ਼ਾ ਆ। ਜੇ ਬੰਦਾ ਉਹਨੂੰ ਪੀਣ ਲੱਗ ਜੇ, ਬਾਕੀ ਨਸ਼ੇ ਤੇ ਕੁਛ ਵੀ ਨਹੀਂ। ਮਰ ਜੀਵੈ, ਇਹਨੂੰ ਮਾਰਨਾ ਤੇ ਅਗਲੇ ਲੈਵਲ ਤੇ ਜਿਉਣਾ। ਮਰ ਜੀਵੈ ਤਾਂ ਕਿਛ ਪਾਏ, ਤਾਂ ਜਾਣੋ you are earning something as a human here in this world, otherwise it would be wastage of life. ਫਿਰ ਬਾਤ ਆ ਜਾਏਗੀ ਦੁਹਰਾਓ ਵਿੱਚ ਕਿ ਓਵਰਡੋਜ਼ ਨਾਲ ਦੇਖੋ ਤੁਸੀਂ ਕਿੰਨੀ ਡੈਥ ਹੋ ਰਹੀ ਹੈ ਸਾਡੇ। ਕੈਨੇਡਾ ਦੀ ਗੱਲ ਕਰ ਰਿਹਾ ਮੈਂ, ਆਮ ਨੋਟ ਟਾਕਿੰਗ ਅਬਾਊਟ ਥਰਡ ਵਰਲਡ ਨੇਸ਼ਨ। ਇੱਥੇ ਇਸ ਵੱਡੇ ਲੈਵਲ ਤੇ ਇਹ ਕੀ ਹੈ? ਬੰਦੇ ਨੇ ਕੀ ਪਾਇਆ, ਕੀ ਖੱਟਿਆ? ਲੋਕੀ ਕਹਿ ਵੀ ਦਿੰਦੇ ਕਈ ਵਾਰੀ, ਸਭ ਕਹਿੰਦੇ ਤਾਂ ਕਿਛ ਪਾਏ ਗੁਰੂ ਪ੍ਰਸਾਦੀ ਹਰ ਮਨ ਵਸਾਏ। ਗੁਰੂ ਦਾ ਪ੍ਰਸਾਦ ਹੈ। ਕੁਛ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਹੁਕਮ ਦੇ ਰੂਪ ਵਿੱਚ ਮਿਲ ਜਾਣ ਤੇ ਬੰਦਾ ਈਜ਼ੀ ਹੋ ਜਾਂਦਾ, ਜਿੱਥੇ ਚੋਇਸ ਹੀ ਕੋਈ ਨਹੀਂ ਬਚਦੀ। ਇੱਕ ਐਗਜ਼ਾਮਪਲ ਕਰਕੇ ਫਿਰ ਵਾਈਂਡ ਅਪ ਕਰਦਾ ਬਾਕੀ ਬਚਨ ਨੂੰ। ਮੇਰੇ ਨੌਨ ਫੈਮਿਲੀ ਹੈਗੀ, ਬੜਾ ਪਿਆਰਾ ਪਰਿਵਾਰ ਹੈ। ਬੱਚਾ ਵੱਡਾ ਹੋ ਰਿਹਾ ਹੈ, ਯੂਨੀਵਰਸਿਟੀ ਫਿਨਿਸ਼ ਕਰਨ ਦੇ ਨੇੜੇ ਹੈ, ਆਲੇ ਦੁਆਲੇ ਵਾਈਟ ਕਮਿਊਨਿਟੀ ਜ਼ਿਆਦਾਤਰ ਰਹਿੰਦੀ ਹੈ, ਉਹ ਦੋਸਤ ਨੇ ਹੋ ਜੇ, ਦੇਰ ਵੈਰੀ ਗੁੱਡ ਪੀਪਲ, ਵੈਰੀ ਨਾਈਸ ਕਮਿਊਨਿਟੀ। ਤੋ ਇੱਕ ਦਿਨ ਕੀ ਹੋਇਆ ਕਿ ਉਹਨਾਂ ਨੇ ਪ੍ਰੋਗਰਾਮ ਬਣਾਇਆ ਟੂ ਵਿਜ਼ਿਟ ਨਾਈਟ ਕਲੱਬ। ਬਾਈ ਚਾਂਸ ਬੇਟੇ ਦੇ ਮਨ ਵਿੱਚ ਸ਼ਾਮ ਦਾ ਪ੍ਰੋਗਰਾਮ ਹੈ, ਤੋ ਸਵੇਰ ਦਾ ਉਹਦੇ ਦਿਮਾਗ 'ਚ ਕੁਛ ਚੱਲ ਰਿਹਾ। ਮੈਨੂੰ ਖੁਦ ਜਿਹੜੇ ਵੀਰ ਜੀ ਬੜੇ ਪੜ੍ਹੇ ਲਿਖੇ, ਬੜੇ ਪਿਆਰੇ ਬੰਦੇ ਨੇ, ਫਾਦਰ ਸਾਹਿਬ ਉਹਦੇ, ਉਹ ਕਹਿੰਦੇ ਮੈਨੂੰ ਲੱਗ ਰਿਹਾ ਵੀ ਅੱਜ ਕੁਝ ਨਾ ਕੁਝ ਰੈਸਟਲੈਸ ਦੀ ਸਿਚੁਏਸ਼ਨ ਹੈ ਇਹਦੀ, ਸਮਥਿੰਗ ਇਜ਼ ਬਗਿੰਗ। ਕਹਿੰਦੇ ਮੇਰੇ ਇੱਕ ਦੋਰੀ ਮਨ ਆਇਆ ਕਿ ਪੁੱਛਾਂ ਇਹਨੂੰ, ਪਰ ਮੈਂ ਆਈ ਟਰਾਈ ਟੂ ਕੰਟਰੋਲ ਵੀ ਇਹ ਖੁਦ ਬੋਲੇ ਤੇ ਬੋਲੇ, ਮੈਂ ਇੰਟਰਵੀਨ ਨਾ ਕਰਾਂ। ਅਖੀਰ ਕਰਦਿਆਂ ਸ਼ਾਮ ਪੈਣ ਤੋਂ ਪਹਿਲਾਂ ਉਹ ਬੋਲ ਪਿਆ ਤੇ ਉਹ ਮੈਨੂੰ ਪੁੱਛਦਾ ਹੈ ਵੀ ਡੈਡ, ਯੂ ਨੋ, if you don't mind, I want to tell you something. Beta, why would I mind? If you want to tell me, that would be a good thing. Oh no dad, you know, ਉਹਨੇ 2-4 ਫਰੈਂਡਾਂ ਦਾ ਨਾਂ ਲਿਆ। They have decided to go somewhere at night time, and they were insisting me, and somehow I said them yes. So now I'm doubtful, I don't know I should go or not. ਕਹਿੰਦੇ ਮਨ ਤੇ ਡਰ ਗਿਆ ਇੱਕਦਮ ਸੁਣਦਿਆਂ ਨਾਲ।
ਜਟਾ ਜੂਟਿਆ ਬੱਚਾ ਸਿੱਖਿਆ ਇਸ ਤਰੀਕੇ ਨਾਲ। ਕਹਿੰਦੇ ਫਿਰ ਮੈਂ ਕਿਹਾ ਵੀ ਕੀਤਾ ਕੀ ਜਾਏ, ਆਪਣੇ ਆਪ ਨੂੰ ਕੰਟਰੋਲ ਕੀਤਾ। ਕੰਟਰੋਲ ਕਰਦਿਆਂ ਹੋਇਆ ਕਹਿੰਦੇ ਮੈਂ ਕਿਹਾ ਵੀ ਬੇਟਾ that should be your decision, you know. Why are you asking me? I cannot tell you anything. You are almost a university graduate. In few actually months you're gonna do your own job, everything. So I'm not gonna suggest you anything. It's your decision. बड़ा डड्डा या मन करके कहता। वो कहता ओके ठीक है। मैनू कॉल की थी, कहते भाई साहब आ गल बन गई है। आई हैव नो क्लू। मैं आ गल कही है। मैं पहला तो कहा भी शाबाश, तुहाडी जगह तो शायद मैं हुंदा ते मैं भी ना कह पाउंदा किड्डे कमाल की गल कही तुसी, लवली, सो नाइस। वो कहते पर हुण मैं कहा जो होना वो तो होएगा, वेखी जाएगी, बट एट लीस्ट यू डिड योर रोल वेरी वेल, आई रियली एप्रीशिएट। कहते पर फिर भी जे तुसी मेरी थां ते हुंदे, सपोज करो, तो फिर मैं क्या कोई ऐसी गल नहीं हैगी, जिथे कोई इशू हुंदा है उत्थे रब राह भी विखा दिंदा है, घबराओ ना, कुछ नहीं हुंदा। जो बात होएगी इस तरीके नाल वेखी जाएगी। तुसी जो दोबारा पुछे ते दोबारा उसनू तुसी थोड़ा डिफरेंटली दस दिओ, थोड़ा जिहा ऐड कर दिओ नाल। शायद पुछे ना, पर जे पुछे ते खैर वो कहते हुण मैनू लगे भी पुछे काला पै रहा मैं। वो खैर बाय चांस हो किते दोबारा फिर वो कहता भी डैड यू नो आई जस्ट आस्क यू वन थिंग एंड यू नैवर आंसर्ड इट, आई हैव नो क्लू व्हाट टू डू। वो कहता फिर मैं बाहों फड़ के बिठा लिया। मैं कहा भी बेटा आई फील रियली प्राउड, आई एम योर डैड, आई लव यू। आई कैन नॉट इमेजिन that I will be your that level of advisor. So nice. But unfortunately, beta, I cannot advise you anything. I know my son is a way intelligent compared to me, a way nicer, a way actually wise compared to me. How can I advise any wise person anything if I know that that person can make actually really wise choices? But still, I'm a father, you know. You're asking me. I can answer in that way. Suppose if I were you, I won't go. Because I don't have any interest to go there. And second thing, my totally physical appearance, that belongs from somewhere else. Okay, Dad, thank you. Now it's easy for me. ਇੱਥੇ ਕੀ ਹੋ ਗਿਆ? ਹੁਕਮ ਹੋ ਗਿਆ। ਹੁਣ ਜਦੋਂ ਹੁਕਮ ਹੋ ਗਿਆ ਦੈਨ ਕਲੀਅਰ ਹੋ ਗਈ ਗੱਲ। ਇਹ ਚੀਜ਼ ਜਿਹੜੀ ਹੈ ਗੁਰੂ का प्रसाद ही हुक्म है, इसलिए हुक्मनामा प्रसाद के तौर पर लेने बाबा देता, बस क्लीयर हो गया। इधर भी नहीं जाना, इधर भी नहीं जाना, इधर जाना है, गुरु ने हुक्म करता बस। गुरु साहब ने क्या सारे पास्यों मर जा, गुरु नाल जुड़ जा, तो फिर क्या गुर प्रसादी हर मन वसाए, सदा मुक्त हर मन वसाए, सहजे सहज समावने। सदा ही मुक्ति है, तो जिथे तू जाना है सहजे सहज समावने, सहज रूप अपने आप पहुंच जाएगा उत्थे। देयर इज नो नीड टू वरी। अगले बचन की विवेचना आउंदे कल करांगे, समा समाप्त हो चुका है। भुलां गलतियां लई माफ़ी जी, सब प्रेम कह देना। वाहिगुरु जी का खालसा, वाहिगुरु जी की फतेह।